सतनाम धन वाहिगुरु साहिब जी। ज्ञान ध्यान किस कर्म ना जाना, साध ना जाना तेरी। सब ते वड्डा सतगुर नानक, जिन कल राखी मेरी। सतनाम धन वाहिगुरु साहिब जी। असंख मूर्ख अंधघोर, असंख चोर हराम खोर। असंख अमर कर जाहे जोर, असंख गल वड हत्या कमाहे। असंख पापी पाप कर जाहे, असंख कूड़ियार कूड़े फिराहे। असंख मलेश मल पख खाहे। असंख निंदक सिर करहे पहाड़, नानक नीच कहे विचार। वारिया ना जावा एक बार, जो तुद भावे साई भली कार। तू सदा सलामत निरंकार, जो तुद भावे साई भली कार। तू सदा सलामत निरंकार। जुगो जुगे अटल चवर छतर तख्त दे मालक साहिब श्री गुरु ग्रंथ साहिब महाराज जी की पावन हजूरी अंदर चल रही श्री जपजी साहिब जी की लड़ीवार कथा विचार दी विच हाजरियां भर रहे अजीज हाजरीन वड्डे भागां वाले हाँ, जो सतगुरां दी निੱਘੀ गोद दा आनंद माणदे आ। रब्बी बाणी की विचार सरन करन दे वास्ते इकत्तर होए हाँ। सतगुरु जी किरपा करन, सिर ते मेहर भरिया हथ रख के अज की इस पौड़ी की विचार करन दी समर्था बख्शण। सो आओ गुरु चरनां दे विच हाजरी लवाउंदियां रसना पवित्र करदियां विचार की आरंभ करिए। गज के बुलाओ आखो जी वाहिगुरु जी का खालसा वाहिगुरु जी की फतेह। साहिब श्री गुरु नानक देव पातशाह जी इस पावन पौड़ी की दुआरा सानू समझाउण दा यतन कर रहे ने। इस तो पहला जिहड़ी आपां पौड़ी की विचार कीती सी, उस पौड़ी के अंदर हजूर ने भाव 17वीं जिहड़ी पौड़ी है उहदे विच पॉजिटिव जिहड़ा पक्ष है उसनूं सामने पेश कीता है। जिहड़े उस परमात्मा नूं पाउणा चाहुंदे ने, जिहड़े उहदे विच विश्वास रखदे ने, फिर चाहे वो ढंग तरीका किवें दा मर्जी होवे, चाहे वो झूठ का सहारा ले रहे ने, चाहे वो कर्म कांड कर रहे ने, जां इहो जिहा कोई भी कार्य है जो वो कर रहे ने तो परमात्मा की प्राप्ति करन दे वास्ते कर रहे ने। ये पॉजिटिव पक्ष है। तो दूसरी जिहड़ी अज की पौड़ी है इहदे विच हजूर ने उन्हां लोकां दी गल कीती है जिहड़े उस परमात्मा दे विच विश्वास ही नहीं रखते, जिहड़े ये आखदे ने भी परमात्मा हुंदा की है। अत दरदे जिहड़े नास्तिक लोग हन, हजूर ने उन्हां दी जिहड़ी विचार है इस पावन पौड़ी दी दुबारा पेश कीती। ते हजूर आखदे ने भी एक नैगेटिव पक्ष है
ਤੇ ਇੱਕ ਪੋਜ਼ਿਟਿਵ ਪੱਖ ਹੈ। ਹੁਣ ਇਹਦੇ ਵਿੱਚੋਂ ਚੋਣ ਹੈ ਜਿਹੜੀ ਉਹ ਅਸਾਂ ਨੇ ਕਰਨੀ ਹੈ ਵੀ ਕਿਹੜਾ ਸਹੀ ਤਰੀਕਾ ਹੈ। ਤੇ ਹਜ਼ੂਰ ਆਖਦੇ ਨੇ ਪਾਵਨ ਪੌੜੀ ਦੇ ਦੁਆਰਾ ਕਿ ਉਸ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਜਿੱਥੇ ਅੱਜ ਕੱਲ੍ਹ ਵੀ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ, ਕਈ ਤਰ੍ਹਾਂ ਦੇ ਜਿਹੜੇ ਢੰਗ ਤਰੀਕੇ ਹਨ ਪੂਜਾ ਪਾਠ ਦੇ ਉਹ ਵਰਤੇ ਜਾ ਰਹੇ ਨੇ। ਲਗਾਤਾਰ ਬਾਣੀ ਦੀ ਵਿਚਾਰ ਹੋ ਰਹੀ ਹੈ, ਗੁਰਮਤਿ ਸਮਾਗਮ ਹੋ ਰਹੇ ਨੇ, ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗੁਰਬਾਣੀ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਹਜ਼ੂਰ ਆਖਦੇ ਵੀ ਅੱਜ ਵੀ ਇਹੋ ਜਿਹੇ ਲੋਕ ਹਨ ਇਸ ਸੰਸਾਰ ਦੇ ਵਿੱਚ ਜਿਹੜੇ ਇਸ ਗੱਲ ਨੂੰ ਮੰਨ ਕੇ ਬੈਠੇ ਨੇ ਕਿ ਅਸੀਂ ਰੱਬ ਨੂੰ ਮੰਨਣਾ ਹੀ ਨਹੀਂ। ਤੁਸੀਂ ਜ਼ੋਰ ਲਾ ਲਓ ਸਾਨੂੰ ਸਮਝਾਉਣ ਦੇ ਵਾਸਤੇ, ਸਾਨੂੰ ਗਿਆਨ ਦੇਣ ਦੇ ਵਾਸਤੇ, ਕਿਉਂਕਿ ਅਸੀਂ ਤੇ ਬਹੁਤ ਗਿਆਨੀ ਹਾਂ, ਅਸੀਂ ਤੇ ਪਹਿਲਾਂ ਹੀ ਸਮਝਦਾਰ ਬੜੇ ਹਾਂ, ਇਸ ਕਰਕੇ ਸਾਨੂੰ ਸਮਝਾਉਣ ਦੀ ਲੋੜ ਨਹੀਂ। ਤੇ ਹਜ਼ੂਰ ਆਖਦੇ ਨੇ ਇਸ ਪੌੜੀ ਦੇ ਵਿੱਚ ਉਹਨਾਂ ਮਨੁੱਖਾਂ ਦੀ ਹਜ਼ੂਰ ਨੇ ਗੱਲ ਕੀਤੀ ਹੈ ਜਿਹੜੇ ਅੱਤ ਦਰਜੇ ਦੇ ਨਾਸਤਿਕ ਹਨ। ਆਓ ਵਿਚਾਰ ਦੇ ਵੱਲ ਆਈਏ। 18ਵੀਂ ਪੌੜੀ ਦੀ ਆਰੰਭਤਾ ਦੀ ਪੰਕਤੀ ਹੈ, ਹਜ਼ੂਰ ਆਖਦੇ ਅਸੰਖ ਮੂਰਖ ਅੰਧ ਘੋਰ। ਅਸੰਖ ਦਾ ਅਰਥ ਹੈ ਅਣਗਿਣਤ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ। ਸੰਖ ਹੈ ਜਿਹੜਾ ਇੱਕ ਸੰਖਿਆ ਹੈ ਜਿਸ ਨੂੰ ਗਿਣਿਆ ਜਾ ਸਕਦਾ, ਤੇ ਉਹਦੀ ਅੱਗੇ ਹਜ਼ੂਰ ਨੇ ਆੜਾ ਲਗਾ ਕੇ ਉਹਦੀ ਜਿਹੜੀ ਵਿਸ਼ੇਸ਼ਤਾ ਹੈ ਉਸ ਨੂੰ ਬਿਆਨ ਕੀਤਾ ਵੀ ਜਿਹੜੀ ਚੀਜ਼ ਨੂੰ ਗਿਣਿਆ ਮਿਣਿਆ ਹੀ ਨਹੀਂ ਜਾ ਸਕਦਾ। ਹਜ਼ੂਰ ਆਖਦੇ ਵੀ ਹੁਣ ਇਸ ਸੰਸਾਰ ਦੇ ਵਿੱਚ ਇਹੋ ਜਿਹੇ ਲੋਕ ਵੀ ਹਨ ਅਸੰਖ ਮੂਰਖ, ਜਿਨ੍ਹਾਂ ਨੂੰ ਹਜ਼ੂਰ ਨੇ ਆਖਿਆ ਵੀ ਇਹ ਤੇ ਮੂਰਖ ਹੈ। ਕੱਲਾ ਮੂਰਖ ਹੀ ਨਹੀਂ, ਅੰਧ ਘੋਰ, ਪਰਲੇ ਇੱਕ ਦੀ ਆਖਿਆ ਜਾਂਦਾ ਨੇ ਵੀ ਇਹ ਮੂਰਖ ਬੰਦਾ ਹੈ, ਸਿੱਧਾ ਬੰਦਾ ਹੈ। ਥੋੜ੍ਹੇ ਛੋਟੇ ਲਫ਼ਜ਼ਾਂ ਦੇ ਉਹਦੀ ਜਿਹੜੀ ਹੈ ਗੱਲ ਕਰ ਦਿੱਤੀ। ਤੇ ਹਜ਼ੂਰ ਆਖਦੇ ਵੀ ਇਹ ਮੂਰਖ ਹੈ, ਮਹਾ ਮੂਰਖਾਂ ਦਾ ਵੀ ਮੂਰਖ ਹੈ, ਅੱਤ ਦਰਜੇ ਦਾ ਜਿਹੜਾ ਬੰਦਾ ਮੂਰਖ ਹੈ। ਹਜ਼ੂਰ ਨੇ ਉਹਦੀ ਗੱਲ ਕੀਤੀ ਵੀ ਜਿਹੜਾ ਇਸ ਗੱਲ ਨੂੰ ਮੰਨਣ ਦੇ ਵਾਸਤੇ ਤਿਆਰ ਹੀ ਨਹੀਂ ਕਿ ਉਹ ਪਰਮਾਤਮਾ ਹੈ ਜਿਹੜਾ ਇਸ ਕਾਇਨਾਤ ਨੂੰ ਬਣਾਉਣ ਵਾਲਾ, ਸਾਰਿਆਂ ਦਾ ਪਾਲਣਹਾਰ ਹੈ, ਜਿਹਨੇ ਮੈਨੂੰ ਇਹ ਮਨੁੱਖਾ ਜੂਨੀ ਬਖਸ਼ੀ ਹੈ। ਮੈਂ ਉਹਦੀ ਵਡਿਆਈ ਦੇ ਵਿੱਚ ਜੁੜਾਂ, ਮੈਂ ਉਹਦੀ ਕੋਈ ਸਿਫਤ ਸਲਾਹ ਕਰਾਂ। ਹਜ਼ੂਰ ਆਖਦੀ ਇਹੋ ਜਿਹੇ ਮਨੁੱਖ ਵੀ ਸੰਸਾਰ ਦੇ ਵਿੱਚ ਹਨ ਜਿਹੜੇ ਜੀਵਨ ਤੇ ਬਸਰ ਕਰਕੇ ਜਾਂਦੇ ਨੇ, ਪਰ ਮੂਰਖਾਂ ਵਾਲਾ ਉਹਨਾਂ ਦਾ ਜਿਹੜਾ ਵਿਵਹਾਰ ਹੈ, ਅੱਤ ਦਰਜੇ ਦੇ ਜਿਹੜੇ ਮੂਰਖ ਹਨ, ਜਿਹੜੇ ਅਜੇ ਤੱਕ ਵੀ ਗੁਰਬਾਣੀ ਦੀ ਜਿਹੜੀ ਵਿਚਾਰ ਹੈ, ਗੁਰਬਾਣੀ ਨੂੰ ਸਮਝ ਨਹੀਂ ਸਕੇ, ਉਹਨਾਂ ਦਾ ਜੀਵਨ ਇਸ ਸੰਸਾਰ ਦੇ ਵਿੱਚ ਹਜ਼ੂਰ ਨੇ ਪੇਸ਼ ਕੀਤਾ। ਹਜ਼ੂਰ ਆਖਦੇ ਹੁਣ ਕੋਈ ਬੰਦਾ ਆਖੇ ਵੀ ਮੈਂ ਤੇ ਬੜਾ ਸਿਆਣਾ, ਹਜ਼ੂਰ ਕਿਵੇਂ ਆਖਦੇ ਨੇ ਵੀ ਅਸੰਖ ਮੂਰਖ ਵੀ ਤੇ ਮੂਰਖ ਹੈ। ਕੋਈ ਮੈਨੂੰ ਕਿਵੇਂ ਕਹਿ ਸਕਦਾ ਵੀ ਇਹ ਬੰਦਾ ਮੂਰਖ ਹੈ? ਮੈਨੂੰ ਤੇ ਬੜੀ ਅਕਲ ਹੈ, ਮੈਂ ਤੇ ਬੜੀਆਂ ਡਿਗਰੀਆਂ ਲੈ ਕੇ ਬੈਠਾ, ਮੈਂ ਤੇ ਪੜ੍ਹਾਈ ਇੰਨੀ ਕੀਤੀ ਹੈ, ਮੈਂ ਤੇ ਡਾਕਟਰੀ ਕੀਤੀ ਹੈ, ਇੰਜੀਨੀਅਰਿੰਗ ਕੀਤੀ ਹੈ, ਤੇ ਮੈਂ ਮੂਰਖ ਕਿਵੇਂ ਹੋ ਸਕਦਾ? ਜੇ ਮੂਰਖ ਹੁੰਦਾ ਤੇ ਮੈਨੂੰ ਤੇ ਕਿਸੇ ਨੇ ਸਕੂਲ ਦੇ ਵਿੱਚ ਨਹੀਂ ਸੀ ਵੜਨ ਦੇਣਾ, ਕਹਿਣਾ ਸੀ ਵੀ ਤੇ ਪਾਗਲ ਬੰਦੇ ਹੀ ਨਹੀਂ, ਤੇ ਪਾਗਲਖਾਨੇ ਛੱਡ। ਮੈਂ ਤੇ ਇੰਨੀ ਪੜ੍ਹਾਈ ਕਰਕੇ ਆਇਆ, ਫਿਰ ਮੈਂ ਮੂਰਖ ਕਿਵੇਂ ਹੋ ਸਕਦਾ? ਹਜ਼ੂਰ ਆਖਦੇ ਉਦਾਹਰਨ ਦਿੰਦੇ ਆ, ਸਮਝਾਉਣ ਦਾ ਯਤਨ ਕਰਦੇ ਨੇ। ਕਹਿੰਦੇ ਕੋਈ ਮਾਂ ਹੈ, ਉਹਦਾ ਬੱਚਾ ਬਿਮਾਰ ਹੋ ਗਿਆ, ਉਹ ਡਾਕਟਰ ਦੇ ਕੋਲ ਗਈ ਉਸ ਬੱਚੇ ਨੂੰ ਲੈ ਕੇ। ਬੱਚੇ ਦੀ ਹਾਲਤ ਹੈ ਜਿਹੜੀ ਬੜੀ ਸੀਰੀਅਸ ਹੈ। ਹੁਣ ਮਾਂ ਉਸ ਡਾਕਟਰ ਦਾ ਤਰਲਾ ਕਰਦੀ ਹੈ ਵੀ ਮੇਰੇ ਬੱਚੇ ਨੂੰ ਬਚਾ ਲੈ, ਤੇ ਡਾਕਟਰ ਉੱਥੇ ਆਖਦਾ ਵੀ ਪਹਿਲਾਂ ਇੰਨੇ ਲੱਖ ਰੁਪਈਆ ਇੱਥੇ ਜਮ੍ਹਾਂ ਕਰਾਓ, ਫਿਰ ਤੇਰੇ ਬੱਚੇ ਦਾ ਆਪਰੇਸ਼ਨ ਕਰਨਾ, ਜਾਂ ਫਿਰ ਇਹਦਾ ਮੈਂ ਟ੍ਰੀਟਮੈਂਟ ਹੈ ਜਿਹੜਾ ਸ਼ੁਰੂ ਕਰਨਾ। ਤੇ ਫਿਰ ਉਹ ਹਜ਼ੂਰ ਆਖਦੇ ਵੀ ਇੱਥੇ ਉਹ ਮੂਰਖਤਾਪਣ ਹੈ ਜਿਹੜੀ ਉਹਦੀ ਸਾਹਮਣੇ ਆ ਰਹੀ ਵੀ ਅੱਤ ਦਰਜੇ ਦਾ ਮੂਰਖ ਹੈ ਜਿਹੜਾ ਉਸ ਸਮੇਂ ਦੀ ਕੰਡੀਸ਼ਨ ਨੂੰ ਨਹੀਂ ਸਮਝਣ ਦਾ ਯਤਨ ਕਰ ਰਿਹਾ ਵੀ ਬੱਚਾ ਮਰ ਰਿਹਾ, ਪੈਸੇ ਆ ਜਾਵਣਗੇ। ਜੇ ਇੱਕ ਬੰਦੇ ਕੋਲੋਂ ਪੈਸੇ ਨਾ ਵੀ ਕਮਾਏ ਗਏ ਤੇ ਸੇਵਾ ਸਮਝ ਕੇ ਸੇਵਾ ਕੀਤੀ ਜਾ ਸਕਦੀ ਹੈ, ਬੱਚੇ ਦਾ ਇਲਾਜ ਕੀਤਾ ਜਾ ਸਕਦਾ। ਹਜ਼ੂਰ ਆਖਦੇ ਇਹੋ ਜਿਹੇ ਮੂਰਖ ਬੰਦੇ ਜਿਨ੍ਹਾਂ ਨੂੰ ਹਜ਼ੂਰ ਨੇ ਪੜ੍ਹੇ ਲਿਖੇ ਮੂਰਖ ਆਖਿਆ ਵੀ ਡਿਗਰੀਆਂ ਚੁੱਕੀ ਫਿਰਦੇ ਨੇ, ਪਰ ਕਿਸੇ ਦੇ ਪ੍ਰਤੀ ਦਇਆ ਨਹੀਂ, ਕਿਸੇ ਜੀਵ ਦੇ ਪ੍ਰਤੀ ਦਇਆ ਨਹੀਂ, ਇੱਥੋਂ ਤੱਕ ਕਿ ਇਨਸਾਨੀਅਤ ਦੇ ਪ੍ਰਤੀ ਦਇਆ ਨਹੀਂ। ਆ ਪਿੱਛੇ ਆਪਾਂ ਵੇਖ ਕੇ ਹਟੇ ਹਾਂ, 2 ਸਾਲ ਕਰੋਨਾ ਦੇ ਵਿੱਚ ਨਿਕਲ ਗਏ, ਜਿਨ੍ਹਾਂ ਨੇ ਭਲਾ ਕੀਤਾ, ਸੇਵਾ ਕੀਤੀ,
ਉਹਨਾਂ ਦੇ ਵੀ ਨਾਮ ਸਾਰਿਆਂ ਨੂੰ ਪਤਾ ਹੈ, ਵੱਧ ਚੜ੍ਹ ਕੇ ਲੋਕਾਂ ਨੇ ਐਪਰੀਸ਼ੀਏਟ ਕੀਤਾ। ਤੇ ਕਈ ਇਹੋ ਜਿਹੇ ਮੂਰਖ ਵੀ ਸਨ ਜਿਨ੍ਹਾਂ ਨੇ ਇਸ ਮੌਕੇ ਦਾ ਲਾਹਾ ਖੱਟਦਿਆਂ ਆਪਣੀਆਂ ਦੁਕਾਨਾਂ ਦੀ ਜਿਹੜੀ ਨੁਹਾਰ ਹੈ ਉਹ ਤਿੱਖੀ ਕਰ ਦਿੱਤੀ। ਦਵਾਈਆਂ ਦੇ ਰੇਟ ਕਿੱਥੇ ਚਲੇ ਗਏ, ਆਕਸੀਜਨ ਦੇ ਸਿਲੰਡਰ 15-20 ਹਜ਼ਾਰ ਦਾ ਸਿਲੰਡਰ ਆਕਸੀਜਨ ਦਾ ਵਿਕਿਆ। ਤੇ ਦੂਜੇ ਪਾਸੇ ਉਹ ਵੀ ਸਨ ਜਿਹੜੇ ਆਪਣੇ ਹੱਥੀਂ ਆਕਸੀਜਨ ਚੁੱਕ ਚੁੱਕ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਫ੍ਰੀ ਸੇਵਾ ਕਰਦੇ ਪਏ ਨੇ। ਤੇ ਆਖਦੇ ਨੇ ਵੀ ਗੁਰੂ ਦਾ ਲੰਗਰ ਹੈ, ਲੰਗਰ ਲਾ ਦਿੱਤੇ ਗਏ। ਹਜ਼ੂਰ ਆਖਦੇ ਇਹੋ ਜਿਹੇ ਮੂਰਖਾਂ ਦੀ ਗੱਲ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਉਹ ਵਾਲੇ ਜਿਨ੍ਹਾਂ ਦੇ ਹਜ਼ੂਰ ਆਖਦੇ ਵੀ ਇਹੋ ਜਿਹੇ ਤੇ ਅੰਨੇ ਹੋ ਗਏ ਨੇ, ਅੰਧ ਕੋਰਤ ਦਰਜੇ ਦੇ ਮੂਰਖ ਨੇ। ਅੰਨੇ ਸੇਨਾ ਆਖੀਆਂ ਹਜ਼ੂਰ ਆਖਦੇ ਉਹਨਾਂ ਨੂੰ ਅੰਨੇ ਥੋੜ੍ਹੀ ਆਖੀਦਾ ਵੀ ਜਿਨ੍ਹਾਂ ਦੇ ਮੂੰਹ ਦੇ ਉੱਤੇ ਅੱਖਾਂ ਨਹੀਂ ਹੈਗੀਆਂ, ਜਿਹੜੇ ਉਸ ਪਰਮਾਤਮਾ ਦੇ ਵੱਲੋਂ ਇਸ ਜੋਤ ਦੇ ਵੱਲੋਂ ਹੀਣੇ ਨੇ, ਉਹਨਾਂ ਨੂੰ ਅਸਲ ਅੰਨੇ ਨਾ ਆਖੋ। ਹਜ਼ੂਰ ਆਖਦੇ ਅੰਧੇ ਸੇਨਾ ਆਖੀਆਂ ਜਿਨ ਮੁਖ ਲੋਇਨ ਨਾਹੀ, ਜਿਨ੍ਹਾਂ ਦੇ ਮੁਖ ਦੇ ਉੱਤੇ ਅੱਖਾਂ ਨਹੀਂ। ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾ, ਜਿਹੜੇ ਆਪਣੇ ਗੁਰੂ ਦੇ ਕੋਲੋਂ ਵਿਛੜੇ ਹੋਏ ਨੇ, ਆਪਣੇ ਗੁਰੂ ਦੇ ਕੋਲੋਂ ਟੁੱਟੇ ਹੋਏ ਨੇ। ਅਸਲ ਮੂਰਖ ਉਹਨਾਂ ਨੂੰ ਸਮਝੋ, ਅਸਲ ਅੰਨੇ ਉਹਨਾਂ ਨੂੰ ਸਮਝੋ ਜਿਹੜੇ ਅਕਲ ਤੋਂ ਅੰਨੇ ਹੋਏ ਫਿਰਦੇ ਨੇ। ਹਜ਼ੂਰ ਨੇ ਉਹਨਾਂ ਦੀ ਗੱਲ ਕੀਤੀ, ਆਖਦੇ ਨੇ ਵੀ ਇਸ ਕਰਕੇ ਸੰਸਾਰ ਦੇ ਵਿੱਚ ਬਹੁਤ ਸਾਰੇ ਲੋਕ ਹਨ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਪਰਮਾਤਮਾ ਹੁੰਦਾ ਹੀ ਨਹੀਂ। ਜਾਂ ਇੰਝ ਸਮਝ ਲਓ ਵੀ ਪੁਰਾਣੇ ਸਮਿਆਂ ਦੇ ਵਿੱਚ ਕਹਾਵਤਾਂ ਹੁੰਦੀਆਂ ਸਨ ਕਿ ਰੱਬ ਉਹਨੂੰ ਚੇਤੇ ਆਉਂਦਾ ਹੈ ਜਿਹਨੂੰ ਉਹਦੀ ਲੋੜ ਮਹਿਸੂਸ ਹੁੰਦੀ ਹੈ, ਜਿਹਦੇ ਵਾਸਤੇ ਉਹਦਾ ਪਿਤਾ, ਉਹਦਾ ਦਾਦਾ ਖੁੱਲੀ ਜਾਇਦਾਦ ਛੱਡ ਕੇ ਗਿਆ, ਖੁੱਲਾ ਖਾਣ ਪੀਣ ਨੂੰ ਹੈ, ਕਿਸੇ ਚੀਜ਼ ਦਾ ਫਿਕਰ ਨਹੀਂ, ਉਹਨੂੰ ਰੱਬ ਕਿੱਥੇ ਚੇਤੇ ਆਉਣਾ ਹੈ। ਕਿਉਂਕਿ ਮਜਬੂਰੀ ਵਸ ਰੱਬ ਚੇਤੇ ਆਉਂਦਾ ਜਦੋਂ ਉਸ ਪਰਮਾਤਮਾ ਦੀ ਯਾਦ ਹਿਰਦੇ ਦੇ ਵਿੱਚ ਵਸਦੀ ਹੈ, ਤਾਂ ਜਾ ਕੇ ਰੱਬ ਹੈ ਜਿਹੜਾ ਤੁਧ ਭਾਵੇ ਤਾਂ ਨਾਮ ਜਪਾਵੇ, ਉਹਦੀ ਕਿਰਪਾ ਹੋਵੇ ਤਾਂ ਜਾ ਕੇ ਜਿਹੜਾ ਨਾਮ ਹੈ ਜਪਿਆ ਜਾਂਦਾ ਹੈ। ਫਿਰ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਹਜ਼ੂਰ ਆਖਦੇ ਨੇ ਜੇ ਦੁੱਖ ਦੇ ਤਾਂ ਤੁਝੇ ਅਰਾਦੀ, ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਸੁੱਖ ਦਿਨਾ ਤਾਂ ਵੀ ਤੈਨੂੰ ਚੇਤੇ ਕਰਦਾ, ਤੇ ਜੇ ਅੱਜ ਜੀਵਨ ਦੇ ਵਿੱਚ ਭੀੜ ਬਣੀ ਹੈ, ਕੋਈ ਦੁੱਖ ਆਇਆ ਤਾਂ ਵੀ ਮੈਂ ਤੈਨੂੰ ਚੇਤੇ ਕਰਦਾ। ਤੇ ਹਜ਼ੂਰ ਆਖਦੇ ਇਹੋ ਜਿਹੇ ਮੂਰਖਾਂ ਦੀ ਗੱਲ ਇਸ ਪਾਵਨ ਪੰਕਤੀ ਦੇ ਦੁਆਰਾ ਹਜ਼ੂਰ ਨੇ ਸਮਝਾਉਣ ਦਾ ਯਤਨ ਕੀਤਾ। ਤੇ ਹਜ਼ੂਰ ਇੱਥੋਂ ਤੱਕ ਵੀ ਅਗਲੀ ਪੰਕਤੀ ਦੇ ਅੰਦਰ ਸਮਝਾਉਂਦੇ ਨੇ ਕਿ ਅਸੰਖ ਤੇ ਉਹ ਨੇ ਜਿਹੜੇ ਅਤ ਦਰਜੇ ਦੇ ਮੂਰਖ ਨੇ, ਜਿਹੜੇ ਕਿਸੇ ਚੀਜ਼ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਡਿਗਰੀਆਂ ਤੇ ਬਹੁਤ ਚੁੱਕੀਆਂ ਨੇ ਪਰ ਅੰਦਰ ਜਿਹੜੀ ਭਾਵਨਾ ਹੈ ਇਨਸਾਨੀਅਤ ਵਾਲੀ ਉਹ ਮਰ ਚੁੱਕੀ ਹੈ। ਤੇ ਦੂਸਰੀ ਗੱਲ ਹਜ਼ੂਰ ਆਖਦੇ ਨੇ ਅਸੰਖ ਚੋਰ ਹਰਾਮਖੋਰ, ਅਨੇਕਾਂ ਹੀ, ਅਸੰਖ ਦਾ ਅਰਥ ਅਨੇਕਾਂ ਹੀ ਅਜਿਹੇ ਹਨ ਜਿਹੜੇ ਚੋਰ ਹਨ, ਹਰਾਮਖੋਰ ਹਨ, ਹਰਾਮ ਦਾ ਪੈਸਾ ਜਿਹੜੇ ਖਾਂਦੇ ਨੇ, ਜਿਹੜੇ ਹਰਾਮੀ ਪੁਣਾ ਕਰਦੇ ਨੇ। ਹਜ਼ੂਰ ਆਖਦੇ ਅਜਿਹੇ ਵੀ ਸੰਸਾਰ ਦੇ ਵਿੱਚ ਅਨੇਕਾਂ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਹੁਣ ਕੋਈ ਬੰਦਾ ਆਖੇ ਵੀ ਮੈਂ ਤੇ ਬੜਾ ਸਿਆਣਾ, ਮੈਂ ਤੇ ਬੜੀ ਮਿਹਨਤ ਕਰਕੇ ਕਮਾਈ ਕਰਦਾ, ਮੈਂ ਤੇ ਰੋਜ਼ ਸਵੇਰੇ 8 ਵਜੇ ਦੁਕਾਨ ਤੇ ਜਾਣਾ, ਸ਼ਾਮੀ 8 ਵਜੇ ਆਉਣਾ, ਸਾਰਾ ਦਿਨ ਦੁਕਾਨ ਤੇ ਬੈਠਦਾ, ਤੇ ਮੈਂ ਚੋਰ ਕਿਵੇਂ ਹੋ ਗਿਆ? ਮੈਂ ਤੇ ਬੜੀ ਮਿਹਨਤ ਕਰਕੇ ਕਮਾਈ ਕੀਤੀ ਹੈ, 12 ਘੰਟੇ ਡਿਊਟੀ ਦੇ ਕੇ ਆਇਆ। ਤੇ ਹਜ਼ੂਰ ਆਖਦੇ ਵੀ 5 ਰੁਪਏ ਦੀ ਚੀਜ਼ 10 ਰੁਪਏ ਦੇ ਵਿੱਚ ਵੇਚਦਾ ਪਿਆ, ਇਹ ਚੋਰੀ ਕਰਦਾ ਪਿਆ। ਇਹ ਚੋਰੀ ਹੀ ਤਾਂ ਹੈ ਜਿਹੜੀ ਤੂੰ ਕਰਦਾ ਪਿਆ। ਹਜ਼ੂਰ ਆਖਦੀ ਜੇ ਤੇਰੀ ਕਿਰਤ ਹੁੰਦੀ 5 ਦੀ ਚੀਜ਼ ਆਈ ਹੈ, ਆਪਣਾ ਮੁਨਾਫਾ ਰੱਖਦੇ ਹਾਂ, ਉਹਨੂੰ 7 ਰੁਪਏ ਦੀ 8 ਰੁਪਏ ਦੀ ਵੇਚ ਸਕਦੇ, ਪਰ ਤੂੰ ਦੁੱਗਣਾ ਕਰਕੇ ਉਹਨੂੰ ਵੇਚਦਾ ਪਿਆ, ਅੱਧੋ ਅੱਧ ਤੈਨੂੰ ਮੁਨਾਫਾ ਹੁੰਦਾ ਪਿਆ। ਹਜ਼ੂਰ ਆਖਦੇ ਇਸ ਕਰਕੇ ਇਹ ਚੋਰੀ ਹੈ ਜਿਹੜੀ ਚੋਰੀ ਕਰਦਾ ਪਿਆ ਤੂੰ। ਹਜ਼ੂਰ ਆਖਦੇ ਇਸ ਤੋਂ ਅਗਲੀ ਜਿਹੜਾ ਸ਼ਬਦ ਆਉਂਦਾ ਹਰਾਮਖੋਰ, ਜਿਹੜੇ ਹਰਾਮ ਦਾ ਪੈਸਾ ਖਾਂਦੇ। ਹਜ਼ੂਰ ਆਖਦੇ ਅਜਿਹੇ ਵੀ ਇਸ ਸੰਸਾਰ ਦੇ ਵਿੱਚ ਨੇ ਜਿਹੜੇ ਦੂਸਰਿਆਂ ਦੇ ਨਾਲ ਵਧੀਕੀਆਂ ਕਰਦੇ ਨੇ। ਅਸੀਂ ਵੇਖਦੇ ਹਾਂ ਨਾ ਫਾਈਨੈਂਸ ਦੀਆਂ ਕਿੰਨੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ, ਬੰਦਾ ਪੈਸੇ ਦੇ ਵੀ ਰਿਹਾ ਹੈ, ਕਿਸ਼ਤ ਵੀ ਤਾਰ ਰਿਹਾ ਹੈ, ਪਰ ਉਹਦਾ ਮੂਲ ਹੈ ਜਿਹੜਾ ਉੱਥੇ ਦਾ ਉੱਥੇ ਖੜਾ ਹੈ, ਵਿਆਜ ਹੀ ਨਹੀਂ ਉਤਰਦਾ। ਬੰਦਾ ਕਿਸ਼ਤਾਂ ਲਾਉਂਦਾ ਮਰ ਜਾਂਦਾ, ਬੈਂਕਾਂ ਦੀਆਂ ਕਿਸ਼ਤਾਂ ਲਾਉਂਦਾ ਮਰ ਜਾਂਦਾ। ਕਿਸਾਨੀ ਸੰਘਰਸ਼ ਦੇ ਵਿੱਚ ਵੇਖ ਲਓ, ਜਿਹੜਾ ਕਿਸਾਨ ਬੰਦਾ ਹੈ ਉਹ ਬੈਂਕ ਤੋਂ ਜਾਂ ਬਾਣੀਏ ਤੋਂ ਲੋਨ 'ਤੇ ਲੈ ਲੈਂਦਾ, ਪੈਸੇ 'ਤੇ ਲੈ ਲੈਂਦਾ, ਸਾਰੀ ਉਮਰ ਉਹਦੀ ਕਰਜ਼ਾ ਲਾਉਂਦੇ ਲੰਘ ਜਾਂਦੀ ਹੈ, ਅਤੇ ਅਖੀਰ ਨੂੰ ਜਿਹੜਾ ਗਲ ਦੇ ਵਿੱਚ ਫਾਹੀ ਪਾ ਕੇ ਫੰਦਾ ਲਾ ਕੇ ਆਪਣਾ ਜਿਹੜੀ ਜੀਵਨ ਲੀਲਾ ਉਸ ਨੂੰ ਸਮਾਪਤ ਕਰਦਾ। ਹਜ਼ੂਰ ਆਖਦੇ ਇਹੋ ਜਿਹੇ ਵੀ ਅਨੇਕਾਂ ਮਨੁੱਖ ਹਨ ਜਿਹੜੇ ਦੂਸਰੇ ਦੇ ਹੱਕ ਹੈ ਜਿਹੜਾ ਉਸ ਨੂੰ ਮਾਰ ਮਾਰ ਕੇ ਕਿਸੇ ਦੇ ਨਾਲ ਵਧੀਕੀਆਂ ਕਰ ਕਰਕੇ
अपनी जायदाद बना रहे हैं, अपना जिहड़ा बिजनेस है उसनूं वधा रहे हैं, अपने कोल माया है जिहड़ी इकट्ठा कर रहे हैं। अजिहे भी हजूर कहते अनेकां मनुख ने संसार दे विच, ते हजूर आखदे असंख अमर कर जाहे जोर, अनेकां अजिहो हन। हजूर आखदे हुक्म, अमर का अर्थ है हुक्म, किसी दे नाल हुक्म चलाउणा, अपनी चौधर दिखाउणी, अपना चौधरीपुणा दिखाउणा। अजिहे भी संसार दे विच हन जिहड़े जोर दे नाल अपना दबदबा बना के संसार दे विच जींदे ने। अनेकां वेखदे हां असीं, कोई वड्डा लीडर होवे, कोई धौण थोड़ी चुक सकदा है उहदे अगे, कोई उहदे अगे बोल थोड़ी सकदा है। हजूर आखदे अजिहे भी अनेकां हन जिन्हां दी गिणती नहीं की जा सकती। अखीर दे अगली पंक्ति दे अंदर हजूर समझाउंदे ने असंख गल वड्ड हत्या कमाही। अनेकां अजिहे हन जिहड़े लोकां दा गला वड्ड वड्ड के माया इकट्ठी कर रहे हैं। हत्या कमाही, हत्यारे इहो ਜਿਹੇ संसार दे विच वेख लो, निगाह मार के भी अज कल गला वड्डण वाला आम मिल जाएगा तुहानूं। कोई चैन स्नैच करदा है, खिंचदा है गले दे विचों, जंजीरी खिंच ली, किसी बीबी ने गल दे विच सोने की चैन पाई है, खिंच के लै गया, कन्नां दे विच वालियां पाईयां ने, खिंच के लै गया। वधीकियां करन वाले अजिहे भी ने। हुण चाहे जिहदी गल दे विचों चैनी खिंची गई है, चाहे वो किन्ने जोर ना खिंची होवे, उहदे गले दे विच फिर गई होवे तां गला वड्डिया जा सकदा है। कन्नां दे विचों कांटे खिंचे गए ने, कन्न पाड़ दिते, वो बंदा विरलाप करदा है, पर किसी नूं इस गल का दुख नहीं, क्योंकि उहनूं जिहड़ी चीज़ चाहीदी सी खो के भज्जण दी कीती। हजूर आखदे अजिहे भी इस संसार दे विच अनेकां ने जिहड़े दूजियां दा गल वड्डदे, भाव जिहड़े दूजियां नूं मारन तक हर वेले तत्पर रहिंदे ने, जिन्हां दे हत्थां दे विच छुरी है, जिहड़े मूँह तो बड़े मिठे बनते हैं। हजूर ने छुरी की गल भी दो तरह की बाणी के अंदर की है। मुख तो बड़े मिठे लोग होंदे ने, हजूर आखदे, पर हिरदे दे विच काती हुंदी है, कैंची लैके बैठे ने, छुरी लैके बैठे ने। मुख दे उत्तों बड़े मिठे मिठे शब्द बोलदा है बंदा, ते अंदरों जिहदे कोल बह के गल्लां करदा है, मिठियां गल्लां करदा है, पिठ पिछे ओहदियां ही सब तो वध बुराइयां करदा है। हजूर आखदे इहो जे बंदे जिहड़े दिल काती गुड़वात, दिल दे विच कैंची रख के बैठे ने ते मुख तो गुड़ वर्गियां मिठियां गल्लां करदे ने, भी बंदा ये हिसाब नहीं ला सकदा भी ये मनुख है जिहड़ा ये इन्ना घटिया सोच दा मालक होवेगा, क्योंकि अपने आप की जिहड़ी पछाण है वो इस तरीके दे नाल पेश करदे ने भी सामने वाला अंदाजा ही नहीं ला सकदा, ते उहदे ते विश्वास कर बैंदा ते अखीर नूं धोखा खांदा है। ते हजूर आखदे अजिहे बंदे संसार दे विच अनेकां हन जिन्हां दी गिणती नहीं कीती जा सकदी, जिहड़े लोकां दा गला वड्ड वड्ड के इहो जिहा जिहड़ा पाप है वो कमा रहे ने। पाप कर जाए असंख पापी पाप कर जाही, अनेकां ही इस संसार दे विच पाप कर करके संसार तो चले जाते हैं। कोई जीव ऐसा नहीं जिहड़ा इस पाप तो ना बचिया हो। इसे करके हजूर ने समझाउण दा यतन कीता भी पाप तो असीं रोज़ कमा रहे हैं, तो फिर जे रोज़ पाप कमा रहे हैं उन्होंने बख्शाउण दे वास्ते भी गुरु की शरण दे विच आउणा चाहिए। गुरु है जिहड़ा हम पापी तुम बख्शणहार, असीं ते पापी हाँ। असीं जदों गुरु चरनां जाके अरदास करनी तो गुरु जिहड़े साडे गुनाह हन उन्होंने बख्श के गल दे नाल ला लैंदा है। पिछले औगण बख्श दे प्रभ आगे मार्ग पावे, पिछले औगणा नूं बख्श के जो असीं ढह पैने गुरु की शरण दे विच आके परमात्मा मेरे तो गलती हुई है, अपना गुनाह एक्सैप्ट कर लिया कि मैं पापी हाँ, मैं गुनाह कीता है, मेरे तो गलती हुई है। हजूर आखदे उन्हां दे गुनाह हन जिहड़े बख्श के उन्हां नूं अगे मार्ग पाउंदे ने भी तू अगे सीधे मार्ग ते चलण दा यतन कर, पिछे जो हो गया उन्होंने हजूर माफ़ कर देंदे ने। इहो जिहा दानी वो परमात्मा है। हजूर आखदे पर असंख पापी पाप कर जाही, अनेके ही इस संसार दे विच अजिहे लोग हैं जिहड़े पाप कर करके संसार तो जाते हैं। हजूर आखदे अगली पंक्ति के अंदर समझाउण दा यतन करदे ने असंख कूड़ियार कूड़े फिराहे, अनेकां इस संसार दे विच वो मनुख हैं जिहड़े कूड़ के टिकाणे बने पे हैं, भाव जिन्हां दा सुभाਅ ही कूड़ का अर्थ है झूठ बोलना। हर एक गल दे विच उन्हां ने झूठ बोलना है, चाहे वो उन्हां दी कोई दुकानदारी होवे जां बिजनेस होवे जां कोई होर किसी नाल वार्तालाप करनी है। हजूर आखदे अनेकां इस संसार दे विच असंख कूड़ियार कूड़े मनुख ने जिन्हां दे अंदर कूड़ के टिकाणे भरे पे ने, कूड़ फिरा है ते कूड़ दे विच ही
ਉਹ ਜਿਹੜਾ ਆਪਣਾ ਜੀਵਨ ਹੈ ਉਹਦੇ ਵਿੱਚ ਹੀ ਉਹ ਝੂਠ ਦੇ ਵਿੱਚ ਹੀ ਤੁਰੇ ਫਿਰਦੇ ਨੇ। ਉਸੇ ਨੂੰ ਸੱਚ ਜਾਣ ਲੈਂਦੇ ਨੇ ਵੀ ਜਿਹੜਾ ਮੈਂ ਬੋਲਿਆ ਇਹੀ ਸੱਚ ਹੈ, ਤੇ ਇੰਨਾ ਕੀ ਜੀਵਨ ਹੈ ਸੰਸਾਰ ਦੇ ਵਿੱਚ। ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸੇ ਜੀਵਨ ਦੇ ਵਿੱਚ ਮੈਂ ਵਿਚਰਨਾ ਤੇ ਇਹੀ ਸੱਚ ਹੈ। ਇਹੀ ਉਹ ਸਮਝਾਉਣ ਦਾ ਯਤਨ ਕਰਦੇ ਨੇ। ਅਸੰਖ ਮਲੇਸ਼ ਮਲ ਪੱਖ ਖਾਹੀ। ਮਲੇਸ਼ ਦਾ ਅਰਥ ਹੈ ਮਲੀਨ ਬੁੱਧੀ ਵਾਲੇ, ਜਿਨ੍ਹਾਂ ਦੀ ਬੁੱਧ ਹੈ ਜਿਹੜੀ ਮਲੀਨ ਹੋ ਚੁੱਕੀ ਹੋਵੇ। ਹਜ਼ੂਰ ਆਖਦੇ ਅਜਿਹੇ ਵੀ ਇਸ ਸੰਸਾਰ ਦੇ ਵਿੱਚ ਹਨ ਜਿਨ੍ਹਾਂ ਦੀ ਬੁੱਧੀ ਹੈ ਜਿਹੜੀ ਭ੍ਰਿਸ਼ਟ ਹੋ ਚੁੱਕੀ ਹੈ। ਮਲੇਸ਼ ਬੁੱਧੀ ਵਾਲੇ ਲੋਕ ਮਲ ਪੱਖ ਖਾਹੀ। ਮਲ ਦਾ ਅਰਥ ਹੁੰਦਾ ਹੈ ਗੰਦਗੀ, ਖਾਹੀ ਪੱਖ ਭੁੱਖਿਆਂ ਦੇ ਵਾਂਗੂ ਜਿਹੜੀ ਗੰਦਗੀ ਹੈ ਉਹ ਜਿਹੜੀ ਖਾਂਦੇ ਹਨ। ਹਜ਼ੂਰ ਆਖਦੇ ਅਜਿਹੀ ਅਨੇਕਾਂ ਹੀ ਝੂਠ ਬੋਲਣ ਦੇ ਸੁਭਾਅ ਵਾਲੇ ਮਨੁੱਖ ਇਸ ਸੰਸਾਰ ਦੇ ਵਿੱਚ ਪਾਏ ਜਾਂਦੇ ਨੇ, ਜਿਹੜੇ ਇਸ ਵਿੱਚ ਹੀ ਰੁੱਝੇ ਪਏ ਨੇ ਕਿ ਬਸ ਜਿਹੜਾ ਝੂਠ ਬੋਲਿਆ ਇਹੀ ਸੱਚ ਹੈ। ਤੇ ਅਨੇਕਾਂ ਹਜ਼ੂਰ ਆਖਦੇ ਖੋਟੀ ਬੁੱਧੀ ਵਾਲੇ ਮਲੇਸ਼ ਮਲੀਨਤਾ ਵਾਲੀ ਜਿਹੜੀ ਬੁੱਧੀ ਵਾਲੇ ਮਨੁੱਖ ਹਨ ਉਹ ਵੀ ਇਸ ਸੰਸਾਰ ਦੇ ਵਿੱਚ ਹਨ। ਤੇ ਇਸ ਜਿਹੜੀ ਬੁੱਧੀ ਦੇ ਦੁਆਰਾ ਭੱਖ ਮਲ ਭੱਖ ਹੈ ਜਿਹੜੀ ਇਹਨੂੰ ਭੁੱਖਿਆਂ ਦੇ ਵਾਂਗੂ ਉਹ ਜਿਹੜੀ ਮਲ ਹੈ ਝੂਠ ਦੀ ਨਿੰਦਿਆ ਦੀ ਜਿਹੜੀ ਮਲ ਹੈ ਉਸ ਨੂੰ ਖਾਈ ਜਾਂਦੇ ਨੇ। ਉਸ ਨੂੰ ਇਹ ਜਿਹੜਾ ਕਾਰਜ ਹੈ ਲਗਾਤਾਰ ਚੱਲ ਰਿਹਾ ਉਹਨਾਂ ਦਾ। ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ। ਅਗਲੀ ਪੰਕਤੀ ਹਜ਼ੂਰ ਆਖਦੇ ਅਸੰਖ ਨਿੰਦਕ ਸਿਰ ਕਰਹਿ ਭਾਰ। ਅਨੇਕਾਂ ਇਸ ਸੰਸਾਰ ਦੇ ਵਿੱਚ ਨਿੰਦਕ ਨੇ ਤੇ ਜਿਹੜੇ ਦੂਜਿਆਂ ਦੀ ਨਿੰਦਾ ਕਰ ਕਰਕੇ ਆਪਣੇ ਸਿਰ ਦੇ ਉੱਤੇ ਇਸ ਨਿੰਦਿਆ ਦਾ ਜਿਹੜਾ ਭਾਰ ਹੈ ਉਹ ਚੁੱਕੀ ਫਿਰਦੇ ਨੇ। ਹਜ਼ੂਰ ਨੇ ਤੇ ਬਾਣੀ ਦੇ ਅੰਦਰ ਇਹ ਵੀ ਆਖਿਆ ਵੀ ਨਿੰਦਕ ਹੈ ਜਿਹੜਾ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਆਉਂਦਾ ਬਿਨ ਮਜ਼ਦੂਰੀ, ਜਿਹੜਾ ਸਾਡਾ ਬਿਨਾਂ ਮਜ਼ਦੂਰੀ ਲਿਆ ਸਾਡੇ ਜਿਹੜੇ ਪਾਪ ਹਨ, ਸਾਡੇ ਜਿਹੜੀਆਂ ਪੰਡਾਂ ਹਨ ਜਿਹੜੀਆਂ ਉਹ ਬਿਨਾਂ ਮਜ਼ਦੂਰੀ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਂਦਾ, ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਇਸੇ ਕਾਰਜ ਦੇ ਵਿੱਚ ਲੱਗਿਆ ਹੋਇਆ। ਇਹਦੀ ਗੱਲ ਉਹਦੇ ਕੋਲ ਕਰਦੀ, ਉਹ ਬਿਨਾਂ ਮਜ਼ਦੂਰੀ ਲਿਆ ਬਿਨਾਂ ਕੁਝ ਪੈਸੇ ਲਿਆ ਇਹ ਜਿਹੜਾ ਕਾਰਜ ਹੈ ਬੜੀ ਸ਼੍ਰੇਸ਼ਟਤਾ ਦੇ ਨਾਲ ਉਹ ਕਾਰਜ ਕਰਦਾ, ਬੜੀ ਆਪਣੀ ਜਿੱਦ ਦੇ ਨਾਲ ਉਹ ਕਾਰਜ ਕਰਦੇ, ਬੜਾ ਅੰਦਰੋਂ ਹਿੰਮਤ ਕਰਕੇ। ਜਿੱਦਾਂ ਅਸੀਂ ਆਖੀ ਨਾ ਵੀ ਇਹ ਜਿਹੜਾ ਕੰਮ ਹੈ ਇਹਨੇ ਬੜੀ ਲਗਨ ਦੇ ਨਾਲ ਆ ਕਾਰਜ ਬੜਾ ਸੋਹਣਾ ਕੀਤਾ। ਤੇ ਉਹ ਵਾਲਾ ਨਿੰਦਕ ਹੈ ਜਿਹਨਾਂ ਜਿਹੜਾ ਹਜ਼ੂਰ ਆਖਦੇ ਉਹ ਵਾਲਾ ਕਾਰਜ ਬੜੇ ਲਗਨ ਦੇ ਨਾਲ ਉਹ ਕਾਰਜ ਕਰਦਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਉਹ ਜਿਹੜਾ ਭਾਰ ਹੈ ਉਹ ਚੁੱਕ ਕੇ ਫਿਰਦਾ। ਹਜ਼ੂਰ ਆਖਦੇ ਇਹੋ ਜਿਹੇ ਬੰਦੇ ਇਸ ਸੰਸਾਰ ਦੇ ਵਿੱਚ ਆਉਂਦੇ ਨੇ। ਤੇ ਬਾਬਾ ਕਬੀਰ ਜੀ ਵੀ ਸਮਝਾਉਂਦੇ ਨੇ ਆਪਣੀ ਬਾਣੀ ਦੇ ਅੰਦਰ, ਉਹ ਤੇ ਆਖਦੇ ਨੇ ਵੀ ਨਿੰਦੋ 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 ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ। 3 ਵਾਰੀ ਨਿੰਦ ਜਿਹੜਾ ਸ਼ਬਦ ਹੈ ਇਹਨਾਂ ਦੀ ਬਾਣੀ ਦੇ ਵਿੱਚ ਆਉਂਦਾ, ਮੈਨੂੰ ਨਿੰਦੋ, ਜਿੰਨਾ ਮੈਨੂੰ ਨਿੰਦਿਆ ਜਾਂਦਾ ਹੈ ਮੈਨੂੰ ਮਾੜਾ ਆਖੋ, ਮੈਨੂੰ ਇਹ ਨਿੰਦਿਆ ਬੜੀ ਚੰਗੀ ਲੱਗਦੀ। ਨਿੰਦਾ ਜਨ ਕੋ ਖਰੀ ਪਿਆਰੀ, ਮੈਨੂੰ ਬੜੀ ਖਰੀ ਲੱਗਦੀ ਕੋਈ ਮੇਰੀ ਨਿੰਦਿਆ ਕਰੇ। ਨਿੰਦਾ ਮਹਿ ਬਾਪ ਨਿੰਦਾ ਮਹਿਤਾਰੀ, ਮੇਰੀ ਨਿੰਦਿਆ ਹੀ ਮੇਰਾ ਬਾਪ ਹੈ, ਜਿਹੜੀ ਮੇਰੀ ਨਿੰਦਿਆ ਹੈ ਉਹੀ ਮੇਰੀ ਮਾਂ ਹੈ। ਮੈਨੂੰ ਨਿੰਦਿਆ ਇੰਨੀ ਕੁ ਪਿਆਰੀ ਲੱਗਦੀ ਹੈ। ਬਾਬਾ ਕਬੀਰ ਜੀ ਆਖਦੇ ਕਹਿੰਦੇ ਇਸ ਕਰਕੇ ਮੈਨੂੰ ਜਿੰਨਾ ਵੀ ਕੋਈ ਨਿੰਦੇ ਉਨਾ ਹੀ ਥੋੜ੍ਹਾ, ਮੈਨੂੰ ਇਹ ਨਿੰਦਿਆ ਬੜੀ ਪਿਆਰੀ ਲੱਗਦੀ ਹੈ। ਹਜ਼ੂਰ ਆਖਦੇ ਅਸੰਖ ਨਿੰਦਕ ਸਿਰ ਕਰਹਿ ਭਾਰ। ਅਨੇਕਾਂ ਨਿੰਦਕ ਹਨ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਤੇ ਉਹ ਇਸ ਨਿੰਦਿਆ ਨੂੰ ਕਰਕੇ ਆਪਣੇ ਸਿਰ ਦੇ ਉੱਤੇ ਸਮਝ ਇੱਕ ਭਾਰ ਚੁੱਕੀ ਫਿਰਦੇ ਨੇ, ਭਾਰ ਦੀਆਂ ਪੰਡਾਂ ਆਪਣੇ ਸਿਰ ਦੇ ਉੱਤੇ ਰੱਖੀ ਫਿਰਦੇ ਨੇ। ਤੇ ਹਜ਼ੂਰ ਆਖਦੇ ਨੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹਉ ਕਿਆ ਮੋਹ ਦੇਸਾਂ ਦੁਸ਼ਟ ਚੋਰ। ਮੈਂ ਤੇ ਇੰਨਾ ਕੁ ਚੋਰ ਹਾਂ, ਦੁਸ਼ਟ ਹਾਂ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਇਹੋ ਜਿਹਾ ਭਿਆਨਕ ਰੂਪ ਧਾਰਨ ਕਰਕੇ ਮੈਂ ਬੈਠਾ ਵੀ ਜਿਹੜਾ ਨਿੰਦਕ ਬੰਦਾ ਹੈ ਉਹ ਇਹੋ ਜਿਹਾ ਰੂਪ ਧਾਰਨ ਕਰਕੇ ਬੈਠਾ ਵੀ ਉਹਦੇ ਕੋਲੋਂ ਬਚਣਾ ਚਾਹੀਦਾ। ਹਜ਼ੂਰ ਆਖਦੇ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਹਰਾਮ ਖੋਰ ਬੰਦਾ ਹੈ ਜਿਹੜਾ ਮੈਂ ਉਹਦੇ ਬਾਰੇ ਕੁਝ ਬਿਆਨ ਹੀ ਨਹੀਂ ਕਰ ਸਕਦਾ, ਉਹਦੇ ਬਾਰੇ ਕੁਝ ਜਾਣ ਹੀ ਨਹੀਂ ਸਕਦਾ ਵੀ ਉਹ ਕੀ ਕੁਝ ਆਪਣੇ ਅੰਦਰ ਭਰ ਕੇ ਬੈਠਾ ਹੈ। ਇਸ ਕਰਕੇ ਹਜ਼ੂਰ ਆਖਦੇ ਨੇ ਵੀ ਜਿਹੜਾ ਨਿੰਦਕ ਬੰਦਾ ਹੈ, ਨੀਚ ਬੰਦਾ, ਨਿੰਦਕ ਦਾ ਅਰਥ ਨੀਚ ਹੋ ਗਿਆ, ਜਿਹੜਾ ਨੀਚ ਬੰਦਾ ਹੈ ਉਹਦੇ ਕੋਲੋਂ ਕਿਵੇਂ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਹਜ਼ੂਰ ਆਖਦੇ ਵੀ ਉਹ ਤੇ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦਾ। ਹੁਣ ਉਹਨਾਂ ਦੀ ਹਜ਼ੂਰ ਗੱਲ ਕਰ ਰਹੇ ਨੇ ਵੀ ਜਿਹੜੇ ਪਰਮਾਤਮਾ ਦੇ ਵੱਲੋਂ ਨਾਸਤਕ ਲੋਕ ਨੇ। ਹੁਣ ਇਹਦੇ ਵਿੱਚ ਗੱਲ ਆ ਗਈ ਵੀ ਉਹ ਚੋਰ ਵੀ ਨੇ, ਹਰਾਮਖੋਰ ਵੀ ਨੇ, ਕੂੜੇ ਸੁਭਾਅ ਵਾਲੇ ਵੀ ਨੇ, ਮਲੀਨ ਬੁੱਧੀ ਵਾਲੇ ਵੀ ਨੇ, ਜਿਹੜੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ। ਤੇ ਉਹ ਉਸ ਪਰਮਾਤਮਾ ਨੂੰ ਕਿਵੇਂ ਚੇਤੇ ਕਰਨਗੇ ਜਿਹੜਾ ਪਰਮਾਤਮਾ ਇਸ ਧਰਤੀ ਦਾ ਪਾਲਣਹਾਰ ਹੈ, ਇਸ ਧਰਤੀ ਦਾ ਜਿਹੜਾ ਰਾਜਾ ਹੈ। ਹਜ਼ੂਰ ਆਖਦੇ ਇਹੋ ਜਿਹੇ ਲੋਕ ਵੀ ਸੰਸਾਰ ਦੇ ਵਿੱਚ ਪਾਏ ਜਾਂਦੇ ਨੇ। ਤੇ ਹਜ਼ੂਰ ਅਗਲੀ ਪੰਕਤੀ ਦੇ ਅੰਦਰ ਸਮਝਾਉਂਦੇ ਨੇ ਨਾਨਕ ਨੀਚ ਕਹੇ ਵਿਚਾਰ।
ਇਹ ਨਾਨਕ ਨੀਚ ਹੈ। ਆਪਣੇ ਆਪ ਨੂੰ ਗੁਰੂ ਨਾਨਕ ਦੀ ਪਾਤਸ਼ਾਹ ਜੀ ਨੀਚ ਸਮਝਾਉਂਦੇ ਨੇ ਵੀ ਮੈਂ ਬੜਾ ਨੀਚ, ਮੈਂ ਕੋਈ ਉੱਚੀ ਬੁੱਧ ਵਾਲਾ ਹੀ ਨਹੀਂ। ਪਹਿਲਾਂ ਗੱਲ ਕੀਤੀ ਹੈ ਉਹਨਾਂ ਨੇ ਉਹਨਾਂ ਜਪੀਆਂ ਤਪੀਆਂ ਦੀ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ। ਹੁਣ ਗੱਲ ਕਰ ਰਹੇ ਨੇ ਵੀ ਜਿਹੜੇ ਉਹਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ, ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਨੇ ਪਰ ਇਹੋ ਜਿਹਾ ਸੰਸਾਰ ਦਾ ਬੁਰਾ ਹਾਲ ਕੀਤਾ ਉਹਨਾਂ ਲੋਕਾਂ ਨੇ ਵੀ ਮੈਂ ਉਹਨਾਂ ਦੀ ਕੋਈ ਵਿਚਾਰ ਹੀ ਨਹੀਂ ਕਰ ਸਕਦਾ, ਮੈਂ ਉਹਨਾਂ ਦੇ ਬਾਰੇ ਕੁਝ ਦੱਸ ਹੀ ਨਹੀਂ ਸਕਦਾ। ਤੇ ਮੈਂ ਕੁਝ ਨਾਮ ਹਨ ਜਿਹੜੇ ਗਿਣਾਏ ਨੇ ਵੀ ਅਨੇਕਾਂ ਇਹੋ ਜਿਹੇ ਨੇ, ਅਨੇਕਾਂ ਇਹੋ ਜਿਹੇ ਨੇ ਹਜ਼ੂਰ ਆਖਦੇ, ਕਿਉਂਕਿ ਸਦਾ ਤੇ ਰਹਿਣ ਵਾਲਾ ਤੇ ਪਰਮਾਤਮਾ ਹੀ ਹੈ। ਜੁਗ ਜੁਗ ਸਾਚਾ ਹੈ ਵੀ ਹੋਸੀ, ਕੌਣ ਨਾ ਮੂਆ ਕੌਣ ਨਾ ਮਰਸੀ। ਜੁਗ ਜੁਗ ਸਾਚਾ, ਜਿਹੜਾ ਇਸ ਜੁਗਾਂ ਜੁਗਾਂ ਦੇ ਵਿੱਚ ਕਿੰਨੇ ਯੁੱਗ ਬੀਤ ਗਏ, ਉਦੋਂ ਤੋਂ ਇਸ ਸੰਸਾਰ ਦੇ ਵਿੱਚ ਸਥਿਰ ਹੈ ਵੀ ਸਾਚਾ, ਹੈ ਵੀ ਹੋਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਣਾ ਹੈ, ਹਮੇਸ਼ਾ ਉਹਨੇ ਸਥਿਰ ਰਹਿਣਾ ਤੇ ਇੱਕੋ ਇੱਕ ਪਰਮਾਤਮਾ ਹੈ। ਕੌਣ ਨਾ ਮੂਆ ਕੌਣ ਨਾ ਮਰਸੀ, ਕਿਹੜਾ ਮੂਇਆ ਕਿਹੜਾ ਮਰਿਆ ਤੇ ਕਿਹੜਾ ਨਹੀਂ ਮਰਨਾ। ਇਸ ਸੰਸਾਰ ਦੇ ਵਿੱਚ ਜਿਹੜਾ ਵੀ ਆਇਆ ਉਹਨੇ ਸੰਸਾਰ ਤੋਂ ਜਾਣਾ ਹੀ ਪੈਣਾ। ਨਾਨਕ ਨੀਚ ਕਹੇ ਬੇਨੰਤੀ, ਦਰ ਦੇਖੋ ਲਿਵ ਲਾਈ। ਨਾਨਕ ਨੀਚ ਆਖ ਰਿਹਾ ਇਹ ਤੇਰੇ ਦਰ ਤੇ ਬੇਨਤੀ ਕਰ ਰਿਹਾ, ਦਰ ਦੇਖੋ ਲਿਵ ਲਾਈ, ਇੱਕ ਲਿਵ ਲਾ ਕੇ ਸਮਾਧੀ ਜੋੜ ਕੇ ਇੱਕ ਵਾਰੀ ਉਸ ਪਰਮਾਤਮਾ ਨੂੰ ਵੇਖਣ ਦਾ ਯਤਨ ਤੇ ਕਰੀਏ ਵੀ ਉਹ ਕਿੱਡਾ ਕੁ ਵੱਡਾ ਹੈ, ਜਿਹਨੇ ਇਸ ਸੰਸਾਰ ਨੂੰ ਸੰਭਾਲਣ ਦਾ ਜਿਹੜਾ ਯਤਨ ਕੀਤਾ। ਮੈਂ ਤੇ ਉਹਦੇ ਬਾਰੇ ਕੁਝ ਆਖ ਹੀ ਨਹੀਂ ਸਕਦਾ, ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੇ ਆਪ ਜਿਹੜੇ ਸੰਸਾਰ ਦੇ ਵੱਲੋਂ ਲਤਾੜੇ ਗਏ ਸਨ, ਸੰਸਾਰ ਦੇ ਵੱਲੋਂ ਜਿਹੜੇ ਕੱਢੇ ਗਏ ਸਨ, ਜਿਨ੍ਹਾਂ ਨੂੰ ਕੋਈ ਆਪਣੇ ਨਾਲ ਬੈਠਣ ਨਹੀਂ ਸੀ ਦਿੰਦਾ, ਉਹਨਾਂ ਦਾ ਸਾਥ ਫੜਿਆ, ਉਹਨਾਂ ਦਾ ਹੱਥ ਫੜਿਆ। ਸਭ ਤੋਂ ਪਹਿਲਾਂ ਰਬਾਬੀ ਭਾਈ ਮਰਦਾਨਾ ਜੀ, ਜਿਹੜੇ ਮਰਾਸੀ ਜਾਤ ਦੇ ਨਾਲ ਸੰਬੰਧ ਰੱਖਦੇ ਸਨ, ਜਿਹਨੂੰ ਲੋਕੀ ਡੂਮ ਆਖਦੇ ਸਨ ਵੀ ਇਹ ਤੇ ਲੋਕਾਂ ਦਾ ਢੋਰ ਢੋਣ ਵਾਲਾ ਹੈ ਤੇ ਡੂਮ ਹੈ, ਇਹ ਲੋਕਾਂ ਦੇ ਘਰਾਂ ਦੇ ਵਿੱਚ ਗਾਉਣ ਵਜਾਉਣ ਵਾਲਾ ਹੈ, ਇਹ ਉੱਚੀ ਜਾਤ ਵਾਲਾ ਕਿਵੇਂ ਹੋ ਸਕਦਾ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡੀਆਂ ਸਿਉ ਕਿਆ ਰੀਸ। ਮੈਨੂੰ ਤੇ ਇਹਨਾਂ ਦਾ ਸੰਗ ਕਰਨਾ ਚੰਗਾ ਲੱਗਦਾ ਹੈ, ਮੈਂ ਵੱਡੇ ਲੋਕਾਂ ਦੀ ਕੀ ਰੀਸ ਕਰ ਸਕਦਾ, ਉਹਨਾਂ ਦੇ ਨਾਲ ਕਿਵੇਂ ਬਹਿ ਸਕਦਾ, ਉਹਨਾਂ ਦੀ ਮੱਤ ਹੀ ਕਿਸੇ ਹੋਰ ਪਾਸੇ। ਪਰ ਇਹ ਜਿਹੜੇ ਹਨ ਇਹ ਰੱਬ ਦੇ ਨਾਮ ਨੂੰ ਚੇਤੇ ਕਰਨ ਵਾਲੇ ਨੇ, ਉਹਦੇ ਭੈ ਦੇ ਵਿੱਚ ਚੱਲਣ ਵਾਲੇ ਲੋਕ ਨੇ। ਕਿ ਹਜ਼ੂਰ ਅਗਲੀਆਂ ਅਖੀਰਲੀਆਂ ਪੰਕਤੀਆਂ ਦੇ ਅੰਦਰ ਸਮਝਾਉਂਦੇ ਨੇ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਇੱਕ ਵਾਰ ਵੀ ਉਸ ਪਰਮਾਤਮਾ ਦੀ ਇਸ ਪਸਾਰੇ ਤੋਂ ਬਲਿਹਾਰੇ ਨਹੀਂ ਜਾ ਸਕਦਾ, ਉਹਦੇ ਤੋਂ ਵਾਰੇ ਨਹੀਂ ਜਾ ਸਕਦਾ। ਜੋ ਤੁਧ ਭਾਵੇ ਸਾਈ ਭਲੀ ਕਾਰ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਭਲਾ ਹੈ, ਉਹੀ ਕਾਰ ਚੰਗੀ ਹੈ। ਤੂੰ ਸਦਾ ਸਲਾਮਤ ਨਿਰੰਕਾਰ ਹੈ ਪਰਮਾਤਮਾ, ਤੂੰ ਸਦਾ ਸਥਿਰ ਰਹਿਣ ਵਾਲਾ ਹੈ, ਸਦਾ ਇਸ ਪਸਾਰੇ ਨੂੰ ਸੰਭਾਲਣ ਵਾਲਾ ਹੈ ਤੇ ਆਕਾਰ ਤੋਂ ਰਹਿਤ ਹੈ। हे ਪਰਮਾਤਮਾ, ਤੇਰੇ ਕੀਤੇ ਹੋਏ ਨੂੰ ਤੂੰ ਹੀ ਜਾਣ ਸਕਦਾ ਹੈ, ਪਰ ਇਸ ਸੰਸਾਰ ਦੇ ਵਿੱਚ ਅਨੇਕਾਂ ਐਸੇ ਜੀਵ ਹਨ ਜਿਹੜੇ ਤੇਰੇ ਤੋਂ ਨਾਸਤਕ ਹੋ ਕੇ ਬੈਠੇ ਨੇ। ਹਜ਼ੂਰ ਇਸ ਪਾਵਨ ਪੌੜੀ ਦਾ ਜਿਹੜਾ ਭਾਵ ਅਰਥ ਹੈ ਸਮਝਾਉਣ ਦਾ ਯਤਨ ਕਰਦੇ ਨੇ ਕਿ ਪਰਮਾਤਮਾ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ ਜੇ ਤੁਸੀਂ ਜਗਤ ਦੇ ਵਿੱਚ ਸਿਰਫ ਹੋਰ ਧਾਰਮੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹਿਸਾਬ ਨਾਲ ਲੱਗੋ ਤਾਂ ਇਹਨਾਂ ਦੀ ਜਿਹੜੀ ਵਿਚਾਰ ਹੈ ਜਾਂ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਸੰਕੋਚਣਾ ਬਹੁਤ ਔਖਾ ਹੈ। ਇਹ ਤੇ ਕੁਝ ਨਾਮ ਹਜ਼ੂਰ ਨੇ ਗਿਣਾਏ ਨੇ ਵੀ ਜਿਹੜੇ ਉਸ ਪਰਮਾਤਮਾ ਨੂੰ ਦੇ ਨਿੰਦਕ ਨੇ, ਜਿਹੜੇ ਇਹੋ ਜਿਹਾ ਸੁਭਾਅ ਸੰਸਾਰ ਦੇ ਵਿੱਚ ਬਣਾ ਕੇ ਚੱਲਣੇ। ਤੇ ਜਦੋਂ ਤੋਂ ਜਗਤ ਬਣਿਆ ਬੇਅੰਤ ਜੀਵ ਵਿਕਾਰਾਂ ਦੇ ਵਿੱਚ ਗ੍ਰਸੇ ਹੀ ਐਸੇ ਇਹਨਾਂ ਵਿਕਾਰਾਂ ਦੇ ਵਿੱਚ ਜਕੜੇ ਹੋਏ ਚੱਲੇ ਆ ਰਹੇ ਨੇ, ਇਹਨਾਂ ਦੇ ਵਿੱਚੋਂ ਖਲਾਸੀ ਨਹੀਂ ਹੁੰਦੀ ਤੇ ਖਲਾਸੀ ਹੁੰਦੀ ਉਸ ਪਰਮਾਤਮਾ ਦੇ ਦਰ ਤੇ ਜਾ ਕੇ, ਜਿੱਥੇ ਇਹ ਜਾਣਾ ਪਸੰਦ ਨਹੀਂ ਕਰਦੇ। ਇਸੇ ਕਰਕੇ ਹਜ਼ੂਰ ਆਖਦੇ ਨੇ ਵੀ ਜਿਹਨੇ ਉਹਦਾ ਨਾਮ ਚੇਤੇ ਕੀਤਾ, ਚਾਹੇ ਉਹ ਗਣਕਾ ਵਰਗੀ ਹੋਵੇ, ਚਾਹੇ ਕੋਈ ਹੋਰ ਵੀ ਵਿਚਾਰਨ ਹੋਵੇ, ਜਿਹਨੇ ਜੀਵਨ ਦੇ ਵਿੱਚ ਹਮੇਸ਼ਾ ਪਾਪ ਹੀ ਕਮਾਏ ਹੋਣ, ਹਜ਼ੂਰ ਆਖਦੇ ਉਹ ਵੀ ਜਦੋਂ ਦੇ ਦਰ ਤੇ ਜਾ ਕੇ ਨਤਮਸਤਕ ਹੁੰਦਾ ਹੈ, ਉਹ ਵੀ ਤਾਰਿਆ ਜਾਂਦਾ ਹੈ, ਉਹ ਪਰਮਾਤਮਾ ਦੇ ਵੱਲੋਂ ਬਖਸ਼ਿਆ ਜਾਂਦਾ ਹੈ। ਇਸ ਕਰਕੇ ਹਜ਼ੂਰ ਪਾਵਨ ਪੌੜੀ ਦੀ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਕੁਝ ਉਹ ਨੇ ਜਿਹੜੇ ਉਹਦੀ ਭਗਤੀ ਦੇ ਵਿੱਚ ਲੱਗੇ ਨੇ, ਉਹਨੂੰ ਪਾਉਣ ਦੇ ਵਾਸਤੇ ਰਸਤੇ ਹਨ ਜਿਹੜੇ ਵੱਖਰੇ ਵੱਖਰੇ ਉਹਨਾਂ ਨੇ ਲੱਭੇ ਹੋਏ ਨੇ ਭਾਵੇਂ, ਪਰ ਪਾਉਣਾ ਹੈ ਜਿਹੜਾ ਉਹਨਾਂ ਨੇ ਉਹ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਸ ਨੂੰ ਕਾਰਨ। ਦੂਜੇ ਪਾਸੇ ਉਹ ਲੋਕ ਨੇ ਜਿਹੜੇ ਉਹਦੇ ਤੋਂ ਕੋਹਾਂ ਦੂਰ, ਉਹਦੀ ਵਿਚਾਰ ਤੋਂ ਕੋਹਾਂ ਦੂਰ ਚੱਲ ਰਹੇ ਨੇ, ਆਪਣੇ ਅੰਦਰ ਨਿੰਦਕ ਲੈ ਕੇ ਬੈਠੇ ਨੇ, ਆਪਣੇ ਅੰਦਰ ਹੰਕਾਰ ਲੈ ਕੇ ਬੈਠੇ ਨੇ, ਮਲੀਨ ਬੁੱਧੀ ਲੈ ਕੇ ਬੈਠੇ ਨੇ, ਚੋਰਾਂ ਵਾਲਾ ਜਿਹੜਾ ਸੁਭਾਅ ਹੈ ਉਹ ਧਾਰਨ ਕਰਕੇ ਬੈਠੇ ਨੇ। ਹਜ਼ੂਰ ਇਸ ਪਾਵਨ ਪੌੜੀ ਦੀ ਦੁਆਰਾ ਸਾਨੂੰ ਇਹੀ ਸਮਝਾਉਣ ਦਾ ਯਤਨ ਕਰ ਰਹੇ ਨੇ। ਸੋ ਅਖੀਰਲੀਆਂ ਚਾਰ ਪੰਕਤੀਆਂ ਪੜ੍ਹ ਕੇ ਸਮਾਪਤੀ ਦੇ ਵੱਲ ਆਈਏ।
नानक नीच कहे विचार, वारिया ना जावा एक बार। जो तुद भावे साई भली कार, तू सदा सलामत निरंकार। वाहिगुरु जी का खालसा, वाहिगुरु जी की फतेह।